चौथा मेहनत नाल सफलता। प्यारे बच्चों, की तुसी इस खेड दे चित्र नूं देख के खेड दा नाम दस सकदे हो? इस खेड दा नाम क्रिकेट है। इस खेड दा नाम बैडमिंटन है। इस खेड दा नाम फुटबॉल है। इस खेड दा नाम हॉकी है। इस खेड दा नाम साइकिलिंग है। इस खेड नूं तैराकी आखदे हन। कुछ खेडां विच खिडारी इकल्ले तौर ते भाग लैंदे हन, पर कुछ खेडां अजिहियां हन जिन्हां विच एक तो वध खिडारी रल के टीम बना के खेडदे हन। सब तो पहलां उन्हां खेडां दी गल करांगे जिन्हां विच खिडारी इकल्ले तौर ते भाग लैंदे हन। लंबी छाल, दौड़ा, साइकिलिंग, तैराकी, कराटे, बैडमिंटन। हुण ਉਹ खेडां जिन्हां विच एक तो वध खिडारी टीम वजों भाग लैंदे हन। हाकी, फुटबॉल, कबड्डी, क्रिकेट, खो खो, वॉलीबॉल। खेडां विच भाग लैण नाल साडे विच बहुत सारे गुण विकसित हुंदे हन, जिवें हौसला, हार नूं स्वीकार करना, मेहनत अते लगन आदि। टीम विच खेडण नाल असीं बहुत कुछ सिੱਖਦੇ ਹਾਂ, ਜਿਵੇਂ ਮਿਲਵਰਤਨ, सहयोग ਅਤੇ ਤਾਲਮੇਲ ਆਦਿ। ਬੱਚਿਓ, ਸਕੂਲ ਤੋਂ ਬਾਅਦ ਬਲਾਕ, ਫਿਰ ਜ਼ਿਲ੍ਹਾ ਅਤੇ ਉਸ ਤੋਂ ਬਾਅਦ ਰਾਜ ਪੱਧਰ ਦੀਆਂ ਖੇਡਾਂ ਹੁੰਦੀਆਂ ਹਨ। ਰਾਜ ਤੋਂ ਬਾਅਦ ਰਾਸ਼ਟਰ ਅਤੇ ਇਸ ਤੋਂ ਬਾਅਦ अंतरराष्ट्रीय पद्धर हुंदा है। ओलंपिक अंतरराष्ट्रीय पद्धर दीयां खेडां हन जिन्हां विच वख-वख देशां दे खिडारी भाग लैंदे हन। इह 4 साल बाद हुंदियां हन। इन्हां विच भाग लैना ही बहुत वड्डी प्राप्ति हुंदी है। इसे तरह एशियाई ਅਤੇ ਕਾਮਨਵੈਲਥ ਖੇਡਾਂ ਵੀ ਅੰਤਰਰਾਸ਼ਟਰੀ ਪੱਧਰ ਦੀਆਂ ਖੇਡਾਂ ਹਨ। ਪਿਛਲੇ ਕੁਝ ਸਮੇਂ ਤੋਂ ਵਿਲੱਖਣ ਪ੍ਰਤਿਭਾ ਵਾਲੇ ਲੋਕਾਂ ਲਈ ਵੀ ਕੁਝ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚ ਉਹ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹਨ। ਇਸ ਨਾਲ ਉਹਨਾਂ ਵਿੱਚ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ। ਪੈਰਾ ओलंपिक इसे प्रकार का खेड आयोजन है। प्यारे बच्चों, की तुसी जानते हो जलंधर जिले का पिंड संसारपुर एक अजिहा पिंड है जिस विचों 14 खिडारियां ने ओलंपिक खेडां विच भाग लिया। जलंधर विच खेडां दा सम्मान बनता है। की तुसी जानते हो
ਕਿ ਅੰਤਰਰਾਸ਼ਟਰੀ ਖਿਡਾਰੀ ਕਿਹੜੇ ਹੁੰਦੇ ਹਨ। ਆਓ ਹੁਣ ਕੁਝ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਮਿਲੀਏ। ਇਹ ਪੀਟੀ ਊਸ਼ਾ ਦਾ ਚਿੱਤਰ ਹੈ। ਪੀਟੀ ਊਸ਼ਾ ਇੱਕ ਅੰਤਰਰਾਸ਼ਟਰੀ ਦੌੜਾਕ ਹੈ ਅਤੇ ਓਲੰਪਿਕ ਖੇਡਾਂ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਔਰਤ ਹੈ। ਸੰਨ 1984 ਦੀਆਂ ਓਲੰਪਿਕ ਖੇਡਾਂ ਵਿੱਚ ਉਹ ਲਗਭਗ ਤੀਸਰੇ ਸਥਾਨ ਉੱਪਰ ਪਹੁੰਚਣ ਵਾਲੀ ਹੀ ਸੀ ਕਿ ਬਹੁਤ ਹੀ ਛੋਟੇ ਜਿਹੇ ਫਰਕ ਅਰਥਾਤ 1 ਸੈਕਿੰਡ ਦੇ 100ਵੇਂ ਹਿੱਸੇ ਨਾਲ ਪਿੱਛੇ ਰਹਿ ਗਈ। ਇਸ ਲਈ ਉਹ ਕਾਂਸੇ ਦਾ ਤਗਮਾ ਪ੍ਰਾਪਤ ਨਾ ਕਰ ਸਕੀ। ਕਰਨਮ ਮਲੇਸ਼ਵਰੀ ਓਲੰਪਿਕ ਖੇਡਾਂ ਵਿੱਚ ਭਾਰ ਤੋਲਣ ਵੇਟ ਲਿਫਟਿੰਗ ਖੇਡ ਵਿੱਚ ਤਾਂਬੇ ਦਾ ਮੈਡਲ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਹੈ। ਅੰਤਰਰਾਸ਼ਟਰੀ ਖਿਡਾਰੀ ਫਲਾਇੰਗ ਸਿੱਖ ਮਿਲਖਾ ਸਿੰਘ ਦੀ ਸਵੈ ਜੀਵਨੀ ਦੇ ਕੁਝ ਅੰਸ਼। ਮੇਰੇ ਪਿਤਾ ਸਰਦਾਰ ਸੰਪੂਰਨ ਸਿੰਘ ਬੜੇ ਸਿੱਧੇ ਸਾਦੇ ਵਿਅਕਤੀ ਸਨ। ਉਹਨਾਂ ਨੂੰ ਕੇਵਲ ਥੋੜੀ ਜਿਹੀ ਪੰਜਾਬੀ ਹੀ ਆਉਂਦੀ ਸੀ, ਤਾਂ ਵੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਔਲਾਦ ਪੜ੍ਹ ਜਾਵੇ। ਖੇਤੀਬਾੜੀ ਸਾਡਾ ਖਾਨਦਾਨੀ ਕਿੱਤਾ ਸੀ। ਅਸੀਂ 5 ਭਰਾ ਅਤੇ 3 ਭੈਣਾਂ ਸਾਂ। 2 ਕੱਚੇ ਕੋਠਿਆਂ ਦਾ ਘਰ ਸੀ ਸਾਡਾ। ਇੱਕ ਕੋਠੇ ਵਿੱਚ ਡੰਗਰ, ਉਹਨਾਂ ਦਾ ਸਮਾਨ, ਦੂਜੇ ਵਿੱਚ ਅਸੀਂ ਅਤੇ ਸਾਡਾ ਨਿੱਕਾ ਮੋਟਾ ਸਮਾਨ। ਚੌਥੀ ਜਮਾਤ ਪਿੰਡ ਦੇ ਨੇੜਲੇ ਸਕੂਲ ਵਿੱਚੋਂ ਪਾਸ ਕਰਨ ਉਪਰੰਤ 5ਵੀਂ ਜਮਾਤ ਵਿੱਚ ਸ਼ਹਿਰ ਦੇ ਸਕੂਲ ਵਿੱਚ ਦਾਖਲਾ ਲੈ ਲਿਆ। ਅਸੀਂ 2 ਮੁੰਡੇ ਤੜਕੇ 4 ਵਜੇ ਉੱਠ ਕੇ ਤਿਆਰ ਹੋ ਕੇ ਸਕੂਲ ਵਿੱਚ ਤੁਰ ਪੈਂਦੇ ਸਾਂ ਤੇ 6 ਕੋ ਲਗਭਗ 14-15 ਕਿਲੋਮੀਟਰ ਦੀ ਵਾਟ ਤੈਅ ਕਰਕੇ ਪ੍ਰਾਰਥਨਾ ਦੇ ਸਮੇਂ ਤੱਕ ਸਕੂਲ ਪਹੁੰਚਦੇ ਸਾਂ। ਫਿਰ 1947 ਦਾ ਕਹਿਰ ਸਾਡੀ ਧਰਤੀ ਉੱਪਰ ਵਾਪਰਿਆ। ਪਾਕਿਸਤਾਨ ਬਣਨ ਸਮੇਂ ਹੋਏ ਦੰਗਿਆਂ ਵਿੱਚ ਹਜ਼ਾਰਾਂ ਲੋਕਾਂ ਦੇ ਨਾਲ-ਨਾਲ ਸਾਡਾ ਵੀ ਘਰ ਤਬਾਹ ਹੋ ਗਿਆ ਅਤੇ ਸਾਡੇ ਕੁਝ ਪਰਿਵਾਰਕ ਮੈਂਬਰ ਮਾਰੇ ਗਏ, ਕੁਝ ਲਾਪਤਾ ਹੋ ਗਏ। ਇਸ ਤੋਂ ਬਾਅਦ ਮੈਂ ਕਿਸੇ ਤਰੀਕੇ ਦਿੱਲੀ ਪਹੁੰਚ ਗਿਆ। ਦੌੜਨਾ ਮੈਂ 1952 ਵਿੱਚ ਭਰਤੀ ਹੋਣ ਤੋਂ ਬਾਅਦ ਸ਼ੁਰੂ ਕੀਤਾ। ਸਾਡੇ ਉਸਤਾਦ ਸਰਦਾਰ ਗੁਰਦੇਵ ਸਿੰਘ ਆਪ ਵੀ ਦੌੜਾਕ ਸਨ। ਉਹ ਬਹੁਤ ਸਖਤ ਮਿਹਨਤ ਨਾਲ ਸਾਡਾ ਅਭਿਆਸ ਕਰਾਉਂਦੇ। ਜਦੋਂ ਪਟਿਆਲਾ ਵਿਖੇ ਹੋਈਆਂ ਰਾਸ਼ਟਰੀ ਖੇਡਾਂ ਵਿੱਚ ਮੈਂ ਹਿੱਸਾ ਲੈਣ ਗਿਆ ਤਾਂ ਖੇਡਾਂ ਵਿੱਚ ਪਹਿਲੀ ਵਾਰ ਕੁੜੀਆਂ ਨੂੰ ਹਿੱਸਾ ਲੈਂਦੇ ਦੇਖਿਆ। ਦਿਨੋਂ ਦਿਨ ਮੇਰਾ ਅਭਿਆਸ ਵੱਧਦਾ ਗਿਆ ਅਤੇ ਬਹੁਤ ਸਾਰੀਆਂ ਦੌੜਾਂ ਵਿੱਚ ਜਿੱਤ ਪ੍ਰਾਪਤ ਕਰਦਾ ਹੋਇਆ ਆਖਿਰ ਮੈਂ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਚੁਣਿਆ ਗਿਆ। ਇਹਨਾਂ ਖੇਡਾਂ ਵਿੱਚ ਮੇਰਾ ਪ੍ਰਦਰਸ਼ਨ ਬਹੁਤ ਵਧੀਆ ਨਹੀਂ ਰਿਹਾ, ਪਰ ਮੈਨੂੰ ਇੰਨਾ ਲਾਭ ਜ਼ਰੂਰ ਹੋਇਆ ਕਿ ਦੁਨੀਆ ਦੇ ਬਹੁਤ ਸਾਰੇ ਖਿਡਾਰੀਆਂ ਨੂੰ ਤੱਕਿਆ, ਉਹਨਾਂ ਤੋਂ ਪ੍ਰੇਰਨਾ ਲਈ ਅਤੇ ਸਿੱਖਣ ਦਾ ਯਤਨ ਕੀਤਾ। ਸੰਨ 1956 ਤੋਂ
1957 ਦਾ ਸਮਾਂ ਮੇਰੀ ਕਠਿਨ ਤਪੱਸਿਆ ਦਾ ਸਮਾਂ ਸੀ। ਇਸ ਸਮੇਂ ਇੰਨੀ ਕਰੜੀ ਮਿਹਨਤ ਕੀਤੀ ਕਿ ਆਪਣੇ ਆਪ ਨੂੰ ਮਿੱਟੀ ਵਿੱਚ ਮਿਲਾ ਦਿੱਤਾ। ਸੰਨ 1958 ਵਿੱਚ ਜਾਪਾਨ ਦੀ ਰਾਜਧਾਨੀ ਟੋਕੀਓ ਵਿਖੇ ਏਸ਼ੀਆਈ ਖੇਡਾਂ ਵਿੱਚ 400 ਮੀਟਰ ਦੀ ਦੌੜ ਜਿੱਤ ਲਈ। ਜਦ ਇਹ ਐਲਾਨ ਕੀਤਾ ਗਿਆ ਕਿ ਮਿਲਖਾ ਸਿੰਘ ਨੇ ਇਹ ਦੌੜ 46.6 ਸਕਿੰਟ ਵਿੱਚ ਪੂਰੀ ਕਰਨ ਦਾ ਰਿਕਾਰਡ ਕਾਇਮ ਕੀਤਾ ਹੈ ਤਾਂ ਸਟੇਡੀਅਮ ਲੋਕਾਂ ਦੀਆਂ ਤਾੜੀਆਂ ਨਾਲ ਗੂੰਜ ਉੱਠਿਆ। ਜਾਪਾਨ ਦੇ ਬਾਦਸ਼ਾਹ ਨੇ ਮੇਰੇ ਗਲ ਵਿੱਚ ਤਗਮਾ ਪਾਇਆ। ਰਾਸ਼ਟਰੀ ਗਾਨ ਜਨ ਗਣ ਮਨ ਦੀ ਧੁਨ ਨਾਲ ਤਿਰੰਗਾ ਝੰਡਾ ਉੱਪਰ ਉੱਠਣਾ ਸ਼ੁਰੂ ਹੋਇਆ ਤਾਂ ਮੈਨੂੰ ਦੇਸ਼ ਭਗਤਾਂ ਅਤੇ ਸੂਰਵੀਰਾਂ ਦੀਆਂ ਕੁਰਬਾਨੀਆਂ ਯਾਦ ਆ ਗਈਆਂ। ਇਹਨਾਂ ਖੇਡਾਂ ਵਿੱਚ ਮੈਂ 200 ਮੀਟਰ ਦੀ ਦੌੜ ਵੀ ਜਿੱਤ ਲਈ। ਭਾਰਤ ਵਾਪਸ ਪਰਤਣ ਤੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਮੇਰਾ ਮੋਢਾ ਥਾਪੜਦਿਆਂ ਕਿਹਾ, ਬੇਟਾ ਤੂੰ ਦੇਸ਼ ਦਾ ਨਾਂ ਬਹੁਤ ਉੱਚਾ ਕੀਤਾ ਹੈ, ਤੂੰ ਆਪਣੀ ਮਿਹਨਤ ਜਾਰੀ ਰੱਖ, ਹਾਲੇ ਤੂੰ ਸੰਸਾਰ ਪੱਧਰ ਤੇ ਪਹੁੰਚਣਾ ਹੈ। ਇਸ ਤੋਂ ਬਾਅਦ ਕਾਮਨਵੈਲਥ ਖੇਡਾਂ ਵਿੱਚ ਵੀ ਮੈਂ 400 ਮੀਟਰ ਦੌੜ ਜਿੱਤੀ। ਇੰਗਲੈਂਡ ਵਿੱਚ ਹੋਈਆਂ ਇਹਨਾਂ ਖੇਡਾਂ ਦੌਰਾਨ ਜਦ ਮੇਰਾ ਮਨ ਨਿਰਾਸ਼ ਹੋਇਆ ਤਾਂ ਮੇਰੇ ਕੋਚ ਡਾਕਟਰ ਹਾਵਰਡ ਸਾਰੀ ਰਾਤ ਮੈਨੂੰ ਸਮਝਾਉਂਦੇ ਰਹੇ, ਮੇਰਾ ਮਨੋਬਲ ਉੱਚਾ ਚੁੱਕਦੇ ਰਹੇ। ਉਹਨਾਂ ਦੇ ਪਿਆਰ ਅਤੇ ਅਗਵਾਈ ਨੇ ਮੈਨੂੰ ਸਫਲ ਕੀਤਾ। ਇੱਥੇ ਵੀ ਮੈਂ ਜਿੱਤ ਪ੍ਰਾਪਤ ਕੀਤੀ। ਸੰਨ 1960 ਵਿੱਚ ਪਾਕਿਸਤਾਨ ਵੱਲੋਂ ਭਾਰਤੀ ਟੀਮ ਲਈ ਸੱਦਾ ਆਇਆ। ਇੱਥੇ ਮੈਂ 200 ਮੀਟਰ ਦੀ ਦੌੜ 20.7 ਸਕਿੰਟ ਵਿੱਚ ਜਿੱਤ ਲਈ। ਇਹ ਵਿਸ਼ਵ ਰਿਕਾਰਡ ਸੀ। ਮੈਨੂੰ ਖੁਸ਼ੀ ਸੀ ਕਿ ਮੈਂ ਇਸ ਦੀ ਬਰਾਬਰੀ ਕੀਤੀ ਸੀ। ਜਿੱਤਣ ਤੋਂ ਬਾਅਦ ਜਦ ਮੈਂ ਸਟੇਡੀਅਮ ਦਾ ਚੱਕਰ ਲਗਾ ਰਿਹਾ ਸੀ ਤਾਂ ਮਾਈਕ ਤੇ ਬੋਲਿਆ ਗਿਆ, ਮਿਲਖਾ ਸਿੰਘ ਜਿਹੜਾ ਤੁਹਾਡੇ ਅੱਗਿਓਂ ਦੀ ਲੰਘ ਰਿਹਾ ਹੈ, ਇਹ ਦੌੜਿਆ ਨਹੀਂ, ਉੱਡਿਆ ਹੈ। ਅਸੀਂ ਇਸ ਨੂੰ ਫਲਾਇੰਗ ਸਿੱਖ ਦਾ ਖਿਤਾਬ ਦਿੰਦੇ ਹਾਂ। ਇਸ ਤੋਂ ਬਾਅਦ ਪੂਰੀ ਦੁਨੀਆ ਵਿੱਚ ਮੇਰਾ ਨਾਮ ਫਲਾਇੰਗ ਸਿੱਖ ਮਸ਼ਹੂਰ ਹੋ ਗਿਆ। ਬੱਚਿਓ, ਮੇਰੀ ਸਫਲਤਾ ਦਾ ਰਾਜ਼, ਮੈਂ ਹਫ਼ਤੇ ਵਿੱਚ 7 ਦਿਨ ਅਤੇ ਸਾਲ ਵਿੱਚ 365 ਦਿਨ ਦੌੜਦਾ ਸੀ। ਇਸ ਲੰਬੇ ਸੰਘਰਸ਼ ਵਿੱਚ ਨਾ ਮੈਂ ਕਦੇ ਢਿੱਲ ਪਾਈ ਅਤੇ ਨਾ ਹੀ ਆਲਸ ਨੂੰ ਹਾਵੀ ਹੋਣ ਦਿੱਤਾ। ਪਿਆਰੇ ਬੱਚਿਓ, ਕੇਵਲ ਖੇਡਾਂ ਵਿੱਚ ਹੀ ਨਹੀਂ, ਲਗਾਤਾਰ ਅਤੇ ਅਣਥਕ ਮਿਹਨਤ ਜੀਵਨ ਦੇ ਹਰ ਖੇਤਰ ਵਿੱਚ ਕਾਮਯਾਬੀ ਦਾ ਰਾਜ਼ ਹੈ। ਬੱਚਿਓ, ਵੱਡੇ ਪੱਧਰ ਦੇ ਖੇਡ ਮੁਕਾਬਲਿਆਂ ਲਈ ਇੱਕ ਚਿੰਨ੍ਹ ਮੈਸਕਟ ਨਿਸ਼ਚਿਤ ਕੀਤਾ ਜਾਂਦਾ ਹੈ, ਜਿਵੇਂ ਕਿ ਸੰਨ 1982 ਵਿੱਚ ਹੋਈਆਂ ਏਸ਼ੀਆਈ ਖੇਡਾਂ ਦਾ ਖੇਡ ਚਿੰਨ੍ਹ ਅੱਪੂ, ਸੰਨ 2010 ਵਿੱਚ ਹੋਈਆਂ ਕਾਮਨਵੈਲਥ ਖੇਡਾਂ ਦਾ ਖੇਡ ਚਿੰਨ੍ਹ ਸ਼ੇਰਾ, ਓਲੰਪਿਕ ਖੇਡਾਂ ਦਾ ਚਿੰਨ੍ਹ 5 ਚੱਕਰ। ਪਿਆਰੇ ਬੱਚਿਓ, ਪਾਠ ਨਾਲ ਸੰਬੰਧਿਤ ਕੁਝ ਯਾਦ ਰੱਖਣਯੋਗ ਗੱਲਾਂ। ਖੇਡਾਂ ਸਾਨੂੰ ਮਿਲਵਰਤਨ, ਤਾਲਮੇਲ, ਸਹਿਯੋਗ ਕਰਨਾ ਸਿਖਾਉਂਦੀਆਂ ਹਨ। ਵਿਲੱਖਣ ਪ੍ਰਤਿਭਾ ਵਾਲੇ ਲੋਕਾਂ ਲਈ ਪੈਰਾ ਓਲੰਪਿਕ ਖੇਡਾਂ ਦਾ ਆਯੋਜਨ ਹੁੰਦਾ ਹੈ। ਓਲੰਪਿਕ ਖੇਡਾਂ ਦਾ ਆਯੋਜਨ ਹਰ 4 ਸਾਲ ਬਾਅਦ ਹੁੰਦਾ ਹੈ। ਹਾਕੀ ਭਾਰਤ ਦੀ ਰਾਸ਼ਟਰੀ ਖੇਡ ਹੈ।